शुरू से इंजॉय करते हैं। किस करके अभी प्रेस कॉन्फ्रेंस कर ली किस करके उस सिलसिले ਦੇ ਵਿੱਚ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਹੈ। ਤੁਸੀਂ ਕਿੱਦਾਂ ਕਹਿ ਸਕਦੇ ਹੋ ਵਿਊ ਥੱਲੇ ਗਿਆ ਸਰ ਪੁਰਾਣੇ ਵਲੰਟੀਅਰ ਜਿੰਨੇ ਆ ਨਾ ਮਤਲਬ ਕਿ ਉਹਨਾਂ ਤੋਂ ਨਾਰਾਜ਼ ਹੋ ਕੇ ਸਾਰੇ ਘਰ ਬੈਠੇ ਪਏ ਆ। ਜਿਹੜੇ ਨਵੇਂ ਆਉਂਦੇ ਪਏ ਆ ਕੋਈ ਮਤਲਬ ਕਿ ਆਪਾਂ ਦੇਖਿਆ ਵੀ ਨਹੀਂ ਆ ਜਾ ਜਾਣੀ ਕਿ ਸਾਨੂੰ ਪਤਾ ਵੀ ਨਹੀਂ ਆ ਕਿ ਅੱਜ ਇੱਕ ਦਿਨ ਪਹਿਲਾਂ ਕੋਈ ਬੰਦਾ ਆਉਂਦਾ ਹੈ ਦੂਜੇ ਦਿਨ ਉਹ ਕਿਸੇ ਅਹੁਦੇ ਤੇ ਕਾਬਜ਼ ਹੋ ਜਾਂਦਾ ਆ। ਮਤਲਬ ਕਿ ਐਬਿਲਿਟੀ ਦੇ ਹਿਸਾਬ ਦੇ ਨਾਲ ਜੇ ਕਹੀਏ ਨਾ ਤਾਂ ਉਹ ਬੰਦਾ ਪੁਰਾਣੇ ਬੰਦੇ ਜਿਹੜੇ ਵਰਕਰ ਜਿਨ੍ਹਾਂ ਨੇ 2014 ਤੋਂ ਜੁਆਇਨ ਕੀਤੀ ਹੈ ਅਕਾਲੀ ਦਲ ਵਾਲਿਆਂ ਨੇ ਉਹਨੇ ਕਹਿੰਦਾ ਵੀਡੀਓ ਬਣਾ ਕੇ ਪਾਈ ਸੀ ਕਿ ਆ ਵੀ ਡਿੰਪਾ ਜੀ ਦੇ ਬੰਦਰ ਉਹ ਪਾੜ ਕੇ ਤਾਂ ਨਵੇਂ ਲਾ ਰਹੇ ਆ ਹਰ ਜਗ੍ਹਾ ਇੱਦਾਂ ਕੀਤੀ ਅਸੀਂ ਉਸ ਸਿਲਸਿਲੇ ਦੇ ਵਿੱਚ ਕੀਤਾ ਹੈ ਕਿਉਂਕਿ ਜੋ ਵੀ ਅੱਜ ਤੱਕ ਹੋਇਆ ਆ ਪਾਰਟੀ ਮਤਲਬ ਕਿ ਉਹਨਾਂ ਨੇ ਕੀਤਾ ਆ ਹਾਂਜੀ मेरा नाम सविता शर्मा आम आदमी पार्टी। सर मेरे ਇੱਥੇ ਆਉਣ ਦਾ ਮੇਨ ਮੁੱਦਾ ਅੱਜ ਮਕਸਦ ਇਹ ਹੈ ਕਿ ਅਸੀਂ ਜਦੋਂ ਮੈਂ 2000 ਮੈਂ ਜਨਵਰੀ ਮਹੀਨੇ 'ਤੇ ਆਈ ਹਾਂ ਜਦ ਕਿ ਮੈਂ MC ਇਲੈਕਸ਼ਨ ਵੀ ਲੜਿਆ ਔਰ ਅੱਛੀਆਂ ਵੋਟਾਂ ਵੀ ਮੈਨੂੰ ਪਈਆਂ 8 ਦਿਨ ਦੇ ਵਿੱਚ। ਪਰ ਜਦੋਂ ਦੀ ਅਸੀਂ ਮਤਲਬ ਮੈਂ ਪਾਰਟੀ ਜੁਆਇਨ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਦਿਨ ਰਾਤ ਕੋਈ ਦੇਖਿਆ ਨਹੀਂ ਆਪਣੇ ਘਰ ਪਰਿਵਾਰ ਦਾ ਵੀ ਇੰਨਾ ਖਿਆਲ ਨਹੀਂ ਰੱਖਿਆ ਜਿੰਨਾ ਕਿ ਪਾਰਟੀ ਦਾ ਧਿਆਨ ਰੱਖਿਆ। ਉਸ ਤੋਂ ਬਾਅਦ ਹੌਲੀ ਹੌਲੀ ਦੇਖਦੇ ਕਾਫੀ ਲੇਡੀਜ਼ ਆਉਂਦੀਆਂ ਗਈਆਂ ਪਾਰਟੀ ਦੇ ਵਿੱਚ ਪਰ ਹਰੇਕ ਨਾਲ ਅਸੀਂ ਮਤਲਬ ਸਹਿਮਤੀ ਨਾਲ ਚੱਲੇ ਆ। ਪਰ ਥੋੜੇ ਦਿਨ ਵਿੱਚ ਪਹਿਲਾਂ ਇੱਕ ਮੰਥ ਤੋਂ ਕਹਿ ਲਓ ਸਾਨੂੰ ਨਹੀਂ ਪਤਾ ਕਿ ਪਰਵਿੰਦਰ ਕੌਰ ਮੈਡਮ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੇ ਜੁਆਇਨ ਕੀਤਾ ਜਦ ਕਿ ਮੈਨੂੰ ਨਹੀਂ ਪਤਾ ਸੀਗਾ। ਇਸ ਲਈ ਇਹਨਾਂ ਨੇ ਗਰੁੱਪ ਵਿੱਚ ਪਾਇਆ ਕਈ ਮਤਲਬ ਲੜਕਿਆਂ ਨੇ ਪੁੱਛਿਆ ਜੈਂਟਸ ਨੇ ਪੁੱਛਿਆ ਕਿ ਇਹ ਲੇਡੀ ਕੌਣ ਹੈ ਜਿਹਦਾ ਗੋਲ ਬਣਾ ਕੇ ਰੌਂਡ ਬਣਾ ਕੇ ਉਹਨਾਂ ਨੂੰ ਪੁੱਛਿਆ। ਉਹਨਾਂ ਨੇ ਇਸ ਗੱਲ ਦੇ ਉੱਪਰ ਵੀ ਓਬਜੈਕਸ਼ਨ ਕੀਤਾ ਉਹਨਾਂ ਨੇ ਕਿ ਇਹਨਾਂ ਨੇ ਕਿਉਂ ਪੁੱਛਿਆ। ਉਸ ਤੋਂ ਬਾਅਦ ਹੌਲੀ ਹੌਲੀ ਉਹ ਲੇਡੀ ਉਹ ਲੜਕਿਆਂ ਨੂੰ ਗਾਲਾਂ ਕੱਢਣ ਲੱਗ ਗਈ ਗੰਦੀਆਂ ਗਾਲਾਂ ਜਦ ਕਿ ਕੋਈ ਜੈਂਟਸ ਵੀ ਨਹੀਂ ਕੱਢ ਸਕਦਾ ਉਹ ਗਾਲਾਂ ਦਾ ਪ੍ਰੂਫ ਵੀ ਹੈ ਠੀਕ ਹੈ ਜੀ। ਮੈਂ ਉਸ ਤੋਂ ਬਾਅਦ ਉਹਨਾਂ ਨੇ ਕੱਲ ਪਰਸੋਂ ਦੀ ਗੱਲ ਕੀ ਹੋਈ ਆ ਕਿ ਉਹਨਾਂ ਇੰਨੀਆਂ ਗੰਦੀਆਂ ਲੇਡੀ ਨੇ ਗਾਲਾਂ ਕੱਢੀਆਂ ਕਿ ਆਪਣੇ ਕੋਲੋਂ ਨਹੀਂ ਸੁਣ ਹੋਈਆਂ ਉਹ ਇਸ ਕਰਕੇ ਇੰਨਾ ਮਨ ਖਰਾਬ ਹੋ ਗਿਆ। ਮੈਂ ਹਲਕਾ ਇੰਚਾਰਜ ਮੇਰੇ ਇੱਕ ਹਲਕਾ ਅਸੀਂ ਆਪਣਾ ਜੋ ਵੀ ਅਸੀਂ ਡਿਸੀਜਨ ਲੈਣਾ ਸੀ ਹਲਕਾ ਇੰਚਾਰਜ ਨੂੰ ਦੱਸਣਾ। ਮੈਂ ਹਲਕਾ ਇੰਚਾਰਜ ਜੀ ਨੂੰ ਫੋਨ ਕੀਤਾ ਸੀ ਉਹ ਕਹਿੰਦੇ ਕਿ ਮੈਂ ਲੇਡੀਜ਼ ਦੇ ਮਾਮਲੇ ਵਿੱਚ ਨਹੀਂ ਆਉਣਾ ਹੈਗਾ ਜਾਂ ਤਾਂ ਫਿਰ ਹਲਕਾ ਇੰਚਾਰਜ ਨੂੰ ਚਾਹੀਦਾ ਕਿ ਇੱਕ ਲੇਡੀ ਵਾਸਤੇ ਵੀ ਲੇਡੀਜ਼ ਵਾਸਤੇ ਵੀ ਇੱਕ ਹਲਕਾ ਇੰਚਾਰਜ ਅਲੱਗ ਲਗਾਈ ਜਾਵੇ। ਕਿਹੜੇ ਹਲਕਾ ਇੰਚਾਰਜ ਨੇ ਤੁਹਾਨੂੰ ਇਹ ਜਵਾਬ ਦਿੱਤਾ? ਇਹ ਹੈਗੇ ਜੀ ਬ੍ਰਹਮ ਸ਼ੰਕਰ ਜਿੰਪਾ ਜੀ। ਇਸ ਕਰਕੇ ਇੱਕ ਮੈਂ ਇਹ ਰਿਕੁਐਸਟ ਕਰਦੀ ਹਾਂ ਆਮ ਆਦਮੀ ਪਾਰਟੀ ਨੂੰ ਆਪਣੀ ਸੀਨੀਅਰ ਲੀਡਰਸ਼ਿਪ ਨੂੰ ਕਿ ਇੱਕ ਲੜਕੀ ਦੇ ਨਾਤੇ ਵੀ ਲੇਡੀਜ਼ ਦੇ ਨਾਤੇ ਇੱਕ ਲੇਡੀ ਨੂੰ ਅਲੱਗ ਹਲਕਾ ਇੰਚਾਰਜ ਲਗਾਈ ਜਾਵੇ ਜਦ ਕਿ ਉਹ ਇੱਕ ਲੇਡੀਜ਼ ਦੀ ਸੁਣਵਾਈ ਹੋ ਸਕੇ। ਇੰਨਾ ਮੂਡ ਖਰਾਬ ਹੈ ਕਿ ਅੱਜ ਇਸ ਜਗ੍ਹਾ ਤੇ ਬੈਠਣ ਦਾ ਮੇਨ ਮਕਸਦ ਮੇਰਾ ਇਹੀ ਹੈ ਜੀ। ਇਸ ਗੱਲ ਤੋਂ ਅਸੀਂ ਇੰਨਾ ਮਨ ਪਰੇਸ਼ਾਨ ਹੈ ਕਿ ਸੋਚੀਦਾ ਕਿ ਪਾਰਟੀ ਦਾ ਕੀ ਬਣੇਗਾ। ਹਾਂਜੀ ਅੱਜ ਕਿਉਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਤੁਸੀਂ ਬੜੇ ਨੂੰ ਤਾਂ ਟਾਈਮ ਹੋ ਗਿਆ 6 ਮਹੀਨੇ ਉੱਤੇ ਹੋ ਗਏ क्योंकि ਕਿਉਂਕਿ ਸਰ ਦੇਖੋ ਆਪਾਂ ਆਪਣੇ ਤੌਰ ਤੇ ਨਾ ਪਾਰਟੀ ਨੂੰ ਜੋ ਇਹਨਾਂ ਨੇ ਕੀਤਾ ਵੀ ਯਾਨੀ ਕਿ ਦੱਸਿਆ ਕਿਉਂਕਿ ਜਿਹੜੇ ਅਹੁਦੇਦਾਰ ਇੱਥੇ ਦੇ ਆ ਜਿਹੜੇ ਮੇਨ ਹੁਸ਼ਿਆਰਪੁਰ ਦੀ ਜਿਹੜੀ ਕਮੇਟੀ ਆ ਉੱਪਰ ਤੱਕ ਸਾਡੀ ਗੱਲ ਨਹੀਂ ਪਹੁੰਚਾ ਰਹੀ। ਇਸ ਕਰਕੇ ਆਪਾਂ ਮੀਡੀਆ ਦੇ ਜ਼ਰੀਏ ਨਾਲ ਆਪਾਂ ਚਾਹੁੰਦੇ ਹਾਂ ਕਿ ਸਾਡੀ ਗੱਲ ਉੱਪਰਲੀ ਲੀਡਰਸ਼ਿਪ ਤੱਕ ਜਾਵੇ। ਗਾਈਡ ਗਲਤ ਕਰ ਲਿਆ ਜਿੰਨੇ ਵੀ ਪਹਿਲੀ ਗਾਰੰਟੀ ਜਦੋਂ ਆਈ ਸੀਗੀ ਨਾ ਪਹਿਲੀ ਜਦੋਂ ਗਾਰੰਟੀ ਆਈ ਸੀ ਐਨ ਸਕੂਲ ਦੇ ਬੱਚਿਆਂ ਦੇ ਕੋਲੋਂ ਮੈਸੇਜ ਕੀਤੇ ਸੀ ਠੀਕ ਆ। ਪਾਰਟੀ ਨੂੰ ਦੱਸ ਰਿਹਾ ਮੈਂ ਕੰਮ ਕਰ ਰਿਹਾ ਪਰ ਗਲਤ ਕਰ ਰਿਹਾ ਜੋ ਵੀ ਕਰ ਰਿਹਾ। ਮਤਲਬ ਹੁਣ ਤੁਸੀਂ ਇੱਥੇ ਦੇਖੋਗੇ ਵਿੱਚ ਹੈਗਾ ਸਾਡੇ ਕੋਲ ਜਿੰਨੇ ਵੀ ਹੈ ਨਾ ਮਤਲਬ ਸਾਡੇ ਕੋਲ ਪੰਪਾਂ ਦੇ ਖੜੇ ਹੋ ਕੇ ਜੁਆਇਨ ਕਰਵਾ ਰਿਹਾ ਹੈ ਉਹਦੇ ਵਿੱਚ ਉਹਨਾਂ ਪੰਪ ਤੋਂ ਜੁਆਇਨ ਕਰਨਾ ਕਾਂਗਰਸ ਨੇ ਇਹਨੂੰ ਬਲੌਕ ਇੰਚਾਰਜ ਲਗਾਇਆ ਸੀਗਾ। ਪੰਪ ਦੇ ਉੱਪਰੋਂ ਜੁਆਇਨ ਜਿੰਨੇ ਕਰਵਾ ਬਲੌਕ ਇੰਚਾਰਜ ਪਹਿਲਾਂ ਲੱਗੇ ਸਾਰੇ ਹਟਾ ਦਿੱਤੇ ਗਏ ਉਹਨਾਂ ਜਗ੍ਹਾ ਨਵੇਂ ਬਲੌਕ ਇੰਚਾਰਜ ਲਾ ਦਿੱਤੇ ਗਏ। ਉਹ ਵੀ ਵਿਚਾਰੇ ਘਰ ਬੈਠ ਗਏ ਆ ਜਿੰਨੇ ਬਲੌਕ ਇੰਚਾਰਜ ਸੀ। ਇਹ ਜਿਹੜੇ ਜੀਪਾ ਜੀ ਹੈ ਇਹ ਗੰਦੀ ਰਾਜਨੀਤੀ ਕਰਨ ਦੇ ਉਹ ਗੰਦੀ ਰਾਜਨੀਤੀ ਗੁੰਡਾਗਰਦੀ ਦੀ ਰਾਜਨੀਤੀ ਇਹਨਾਂ ਦੀ ਕਿਉਂਕਿ ਜੇ ਇਹਨਾਂ ਦੇ ਪਿੱਛੇ ਕੋਈ ਆਵਾਜ਼ ਉਠਾਉਂਦਾ ਤੇ ਉਹਨਾਂ ਨਾਲ ਧੱਕਾ ਹੁੰਦਾ ਵਾ। ਜਿਹੜੀ ਮਿਸਾਲ ਸਾਡੇ ਕੋਲ ਅੱਜ ਇਹ ਬੈਠੇ ਆ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਮੇਨ ਕੀ ਮੁੱਦਾ ਤੁਹਾਡਾ? ਮੇਨ ਮੁੱਦਾ ਸਾਡਾ ਇਹ ਹੈ ਜੀ ਮਤਲਬ ਜੇ ਜਿੰਪੇ ਨੂੰ ਕੱਲ੍ਹ ਨੂੰ ਟਿਕਟ ਮਿਲਦੀ ਆ ਵੀ ਜਿੰਨੇ ਵੀ ਵਲੰਟੀਅਰ ਆ ਉਹ ਸਾਰੇ ਛੱਡ ਕੇ ਮਤਲਬ ਪਾਰਟੀ ਨੂੰ ਘਰ ਬੈਠ ਜਾਣ। ਕੀ ਵਜ੍ਹਾ ਕੀ ਹੈ ਜੀ? ਜਿਹੜਾ ਗੁੰਡਾਗਰਦੀ ਦੀ ਰਾਜਨੀਤੀ ਕਰ ਰਿਹਾ ਉਸ ਬੰਦੇ ਨੂੰ ਟਿਕਟ ਕਿਉਂ ਦੇਣੀ ਹੈ? ਕਿੱਦਾਂ ਕਰ ਰਹੇ ਗੁੰਡਾਗਰਦੀ ਦਾ? ਗੁੰਡਾਗਰਦੀ ਦੀ ਹੈ ਉਹ ਇਹਨਾਂ ਨੂੰ ਦੇਖੋ ਧਮਕਾਉਂਦਾ ਵਾ ਘਰ ਭੇਜਦਾ ਵਾ ਗੁੰਡੇ ਭੇਜਦਾ ਵਾ ਇਹਨਾਂ ਦੇ ਘਰ ਗਏ ਆ। ਦੱਸੋ ਇਧਰ ਆਓ ਮਾਨਵ ਜੀ ਉਹਨਾਂ ਦੇ ਖਿਲਾਫ ਇਹ ਬੋਲੇ ਆ ਇਹ ਤੇ ਇਹਨਾਂ ਮਾਂ ਪੁੱਤ ਨੂੰ ਹਾਂ
ਨਹੀਂ ਸੰਜੇ ਦੇ ਘਰ ਗਏ ਹਾਂ, ਸੰਜੇ ਦੇ ਵੀ ਗਏ ਆ। ਪਹਿਲਾਂ ਇੱਕ ਇਹਨਾਂ ਨੇ ਇੱਕ ਮਿੰਟ ਭਾਜੀ, ਇੱਕ ਮਿੰਟ ਤੀਸਰਾ ਹਾਂਜੀ ਜੀ ਇੱਕ ਮਿੰਟ ਸਾਡੇ ਘਰ ਤੋਂ ਗਾਲੀਆਂ ਕੱਢੀਆਂ। ਭਾਜੀ ਤੁਸੀਂ ਬੋਲਿਓ ਮਾੜਾ ਜਿਹਾ ਸ਼ਾਰਟ ਪ੍ਰੋਸੀਜਰ ਸ਼ੋਰਟ ਚ ਖੋਲ ਕੇ ਦੱਸ ਦਿਓ, ਠੀਕ ਆ? ਹਾਂਜੀ ਸਟਾਰਟਿੰਗ ਦੇ ਵਿੱਚ ਇੱਕ ਮਿੰਟ ਆਏਗਾ ਭਾਜੀ, ਹੋ ਗਿਆ। ਮੇਰਾ ਨਾਮ ਸਰ ਮਾਨਵ ਸ਼ਰਮਾ, ਠੀਕ ਹੈ ਜੀ। ਮੈਂ ਇੱਥੇ ਆਪਣਾ ਵਾਰਡ ਪ੍ਰਧਾਨ ਹਾਂ ਆਮ ਆਦਮੀ ਪਾਰਟੀ ਵਿੱਚ 33 ਨੰਬਰ ਵਾਰਡ ਦਾ, 33 ਨੰਬਰ ਵਾਰਡ ਦਾ, ਠੀਕ ਹੈ ਜੀ। ਮੇਰੀ ਕੁਝ ਗੱਲ ਹੋਈ ਸੀਗੀ ਗਰੁੱਪ ਦੇ ਵਿੱਚ, ਜਿਹਦੇ ਵਾਸਤੇ ਕਹਿ ਲਓ ਕਿ ਗਰੁੱਪ ਦੇ ਵਿੱਚ ਮੇਰੀ ਗੱਲ ਹੋਈ ਜਿੰਬਾ ਜੀ ਦੇ ਨਾਲ। ਮੈਂ ਉਹਨਾਂ ਕੋਲ ਕੁਐਸਚਨ ਪੁੱਛਿਆ ਕੋਈ, ਬਟ ਉਹਦੇ ਵਿੱਚ ਕੀ ਆ ਕਿ ਉਹਨਾਂ ਤੋਂ ਉਲਟਾ ਮੈਨੂੰ ਧਮਕਾਉਣਾ ਸ਼ੁਰੂ ਕਰਤਾ। ਉਹਨਾਂ ਦੇ ਨਾਲ ਦੇ ਬੰਦੇ ਨੇ, ਜਿੰਬਾ ਜੀ ਦਾ ਕੋਈ ਜਵਾਬ ਨਹੀਂ ਹੈ, ਨਾ ਕੋਈ ਸਵਾਲ, ਨਾ ਕੋਈ ਜਵਾਬ, ਕੁਛ ਨਹੀਂ। ਜੇ ਅਸੀਂ ਕੋਈ ਗੱਲ ਪੁੱਛ ਵੀ ਲਈਏ ਤਾਂ ਉਹਦਾ ਰਿਪਲਾਈ ਤਾਂ ਕਦੀ ਕਰਦੇ ਹੀ ਨਹੀਂ। ਫੋਨ ਕਰੋ ਤਾਂ ਫੋਨ ਨਹੀਂ ਚੱਲਦੇ। ਮੇਰੇ ਕੋਲ ਪਰਸੋਂ ਦੇ ਮੈਂ 17 ਫੋਨ ਕੀਤੇ ਹੋਏ ਆ, 17 ਦੇ ਵਿੱਚ ਇੱਕ ਫੋਨ ਨਹੀਂ ਮੇਰਾ ਪਿਕ ਕੀਤਾ। ਦਫ਼ਤਰ ਗਿਆ, ਦਫ਼ਤਰ ਨੂੰ ਤਾਲਾ ਲੱਗਾ ਹੋਇਆ ਸੀ, ਠੀਕ ਹੈ ਜੀ। ਬਟ ਜਦੋਂ ਹੁਣ ਕੀ ਹੈ ਕਿ ਲੇਡੀਜ਼ ਵਿੰਗ ਇਹਨਾਂ ਨੇ ਆਪਣੀ ਇਕੱਠੀ ਕੀਤੀ ਹੋਈ ਆ। ਲੇਡੀਜ਼ ਵਿੰਗ ਦੇ ਵਿੱਚ ਲੇਡੀਜ਼ ਇਸ ਤਰੀਕੇ ਦੀ ਬੋਲੀ ਬੋਲਦੀਆਂ ਆ ਕਿ ਜਿਹੜੀਆਂ ਕਿ ਕੋਈ ਬੰਦਾ ਬੰਦੇ ਨੂੰ ਨਹੀਂ ਬੋਲਦਾ ਜੇ ਲੜੇ ਨਾ, ਉੱਦਾਂ ਦੀ ਗਾਲਾਂ ਬੰਦਾ ਨਹੀਂ ਕੱਢ ਸਕਦਾ ਜਿੱਦਾਂ ਲੇਡੀਜ਼ ਕੱਢਦੀਆਂ। ਔਰ ਸਾਰੇ ਸਬੂਤ ਮੇਰੇ ਕੋਲ ਬਾਈ ਸਬੂਤ ਪਏ ਹੋ ਸਾਰਿਆਂ ਦੇ। ਹਾਂਜੀ ਫਿਰ ਕੀ ਕਰੇਗਾ ਇਹ? ਹਾਂਜੀ नमस्कार सर, आज जो हम सब यहाँ पे इकट्ठा हुए हैं उसका एक मेन जो रीज़न है वो ये भी है कि हम ये चाहते हैं कि पार्टी ने जिम्पा जी ने पार्टी ज्वाइन करते उनको हल्का इंचार्ज लगा दिया, कोई प्रॉब्लम नहीं है, ठीक है। उनके अंदर कोई एबिलिटी पार्टी ने देखी होगी तभी उनको उस पोस्ट के लिए उन्होंने अप्लाई किया है। हम सिर्फ ये चाहते हैं कि पार्टी उनके काम को एनालाइज ज़रूर करे, उनके काम का इवेल्युएशन ज़रूर करे कि एज अ हल्का इंचार्ज, क्योंकि जैसा हमें पता है कि राघव चड्ढा जी और भगवंत मान जी सब ने ये कहा है कि जो हल्का इंचार्ज है उसका काम है मेन संगठन को मजबूत करना। हम ये चाहते हैं कि क्या ब्रह्मशंकर जिम्पा जी जब से हल्का इंचार्ज लगे क्या वाकई संगठन मजबूत हुआ है? नहीं, संगठन मजबूत नहीं हुआ है, उल्टा पार्टी के अंदर जो है गुटबाजी बन गई है, अलग अलग ग्रुप लोगों के बन गए हैं। तो इससे पार्टी अगर जो कोई संगठन मजबूत ही नहीं है तो आप एज अ हल्का इंचार्ज ड्यूटी में मेरे हिसाब से आप फेल होते हो। दूसरी बात यह है कि पार्टी ने अपने जो मेन इवेंट थे, 2 बड़े इवेंट पार्टी ने एज अ हल्का इंचार्ज की मतलब लीडरशिप में लगाए हैं। एक बिजली आंदोलन लगा है, वो भी हम फेल कर रहे हैं उसमें। हम जितने भी हमारे एरियाज़ जो हल्के जो बाकी थे, हमारी पार्टी हमारा होशियारपुर कहीं भी स्टैंड नहीं किया। दूसरा एक इसको स्वास्थ्य को लेके भी एक जो है गारंटी, सेकंड दूसरी गारंटी आई थी, वो गारंटी कब आई कब गई उसका किसी को कुछ नहीं पता है। कोई बिल्कुल हम उस लेवल पे बिल्कुल हम फेल हुए हैं। ऐसा नहीं है कि हम काम नहीं करते हैं, हम काम करने को तैयार हैं, लेकिन जब एक ऊपर की लीडरशिप और नीचे के जो वर्कर्स हैं उनके बीच में एक्चुअली कोई कोऑर्डिनेशन ही नहीं है, कोई आपस में तालमेल नहीं है, कोई क्यों कर रहा है, किस लिए कर रहा है, किसी को कुछ पता नहीं है। हम लोग जितने भी यहाँ बैठे हैं पार्टी के जनवन वर्कर हैं, हम अपने आप को ये मानते हैं कि पार्टी अगर हमें कोई भी काम देती है तो फिर हम उससे पीछे नहीं हटते करने से। लेकिन उसका फ़ायदा क्या है कि अगर हम एक गुटबाजी के तहत हमें टारगेट कर लिया जाए। दूसरी बात है एज अ हल्का इंचार्ज, जब से वो हल्का इंचार्ज बने तो तब से हमने ये देखा है कि पार्टी में एक तो गुटबाजी बनी है। दूसरा, अगर आप किसी चीज़ को लेकर आप क्वेश्चन करते हो तो आपके किसी सवालों का जवाब नहीं दिया जाता, उल्टा फ़ोन करके आपको धमकाया जाता है, आप पे पर्चे भी दाखिल किए जाते हैं। और अब पार्टी की ये जो ग्रुप बना है अलग से, उनके अंदर कुछ लेडीज किन की ओर से आपको धमकाया जा रहा है, पर्चा किया जा रहा है, किन की ओर से? कई लोग हैं सर, जैसे कि मैम किसी के खिलाफ भी आप आवाज़ उठा के देखो, आप किसी ब्लॉक इंचार्ज के बारे में बात करना शुरू करो, आप किसी लेडी के बारे में बात करना शुरू करो, या आप किसी प्रॉब्लम के बारे में भी अगर आप डिस्कस करना चाहेंगे तो आंसर नहीं आता है, उल्टा धमकाया जाता है। पर्चे भी दाखिल किए गए, हमारे साथ में 10 साथी बैठे हैं, उनके ऊपर पर्चे भी हैं। और अब जो एक इससे आगे निकल के बात हुई है वो ये हो रही है कि पार्टी की वुमेन्स विंग की मेन ओहदेदार जो है, चाहे उसमें जिला प्रधान हो, चाहे सेक्रेटरी मैडम हो, चाहे हल्का कमेटी की मेंबर हो, चाहे स्टेट जॉइंट सेक्रेटरी हो, ये लोगों ने अब एक ग्रुप बना के पार्टी के वर्कर्स को उनके घर जाके उनको धमकाने का काम कर रहे हैं। इस तरीके से तो मतलब आप उनकी फैमिलीज़ को क्यों टारगेट कर रहे हो? वर्कर हम हैं, अगर आपको कोई हमसे प्रॉब्लम है ऑफिस में आके आप उस बातों का आप कर सकते हैं सोल्यूशन। तो हम इन चीज़ों से बेहद डर गए हैं अब। सिंपल अभी आपकी क्या मांग है? अब तो गाली गलौज भी दी जाए। हम सिर्फ ये चाहते हैं कि हल्का इंचार्ज के काम का इवेल्युएशन ज़रूर होना चाहिए। साथ ही वुमेन्स विंग के प्रधान से भी कि जो पीछे की गाली गलौज और ये जो इस तरह की चीज़ें हुई हैं, हम चाहते हैं कि वुमेन्स विंग की प्रधान भी अपना स्टेटमेंट दे कि वो इन बातों के बारे में क्या सोचती हैं। हाँ जी, मेरा नाम सविता शर्मा, आम आदमी पार्टी।
ਸਰ ਮੇਰੇ ਇੱਥੇ ਆਉਣ ਦਾ ਮੇਨ ਮੁੱਦਾ ਜੇ ਮਕਸਦ ਇਹ ਹੈ ਕਿ ਅਸੀਂ ਜਦੋਂ ਮੈਂ 2000 ਮੈਂ ਜਨਵਰੀ ਮਹੀਨੇ ਤੇ ਆਈ ਹਾਂ, ਜਦ ਕਿ ਮੈਂ MC ਇਲੈਕਸ਼ਨ ਵੀ ਲੜਿਆ ਔਰ ਅੱਛੀਆਂ ਵੋਟਾਂ ਵੀ ਮੈਨੂੰ ਪਈਆਂ 8 ਦਿਨ ਦੇ ਵਿੱਚ। ਪਰ ਜਦੋਂ ਦੀ ਅਸੀਂ ਮਤਲਬ ਮੈਂ ਪਾਰਟੀ ਜੁਆਇਨ ਕੀਤੀ ਹੈ, ਬਹੁਤ ਮਿਹਨਤ ਕੀਤੀ ਹੈ, ਦਿਨ ਰਾਤ ਕੋਈ ਦੇਖਿਆ ਨਹੀਂ, ਆਪਣੇ ਘਰ ਪਰਿਵਾਰ ਦਾ ਵੀ ਇੰਨਾ ਖਿਆਲ ਨਹੀਂ ਰੱਖਿਆ ਜਿੰਨਾ ਕਿ ਪਾਰਟੀ ਦਾ ਧਿਆਨ ਰੱਖਿਆ। ਉਸ ਤੋਂ ਬਾਅਦ ਹੌਲੀ ਹੌਲੀ ਦੇਖਦੇ ਕਾਫੀ ਲੇਡੀਜ਼ ਆਉਂਦੀਆਂ ਗਈਆਂ ਪਾਰਟੀ ਦੇ ਵਿੱਚ, ਪਰ ਹਰੇਕ ਨਾਲ ਅਸੀਂ ਮਤਲਬ ਸਹਿਮਤੀ ਨਾਲ ਚੱਲੇ ਆ। ਪਰ ਥੋੜੇ ਦਿਨ ਵਿੱਚ ਪਹਿਲਾਂ ਇੱਕ ਮੰਥ ਤੋਂ ਕਹਿ ਲਓ, ਸਾਨੂੰ ਨਹੀਂ ਪਤਾ ਕਿ ਪ੍ਰਵਿੰਦਰ ਕੌਰ ਮੈਡਮ ਜਿਹੜੇ ਹੈਗੇ ਆ ਉਹ ਆਮ ਆਦਮੀ ਪਾਰਟੀ ਵਿੱਚ ਉਹਨਾਂ ਨੇ ਜੁਆਇਨ ਕੀਤਾ, ਜਦ ਕਿ ਮੈਨੂੰ ਨਹੀਂ ਪਤਾ ਸੀਗਾ। ਇਸ ਲਈ ਇਹਨਾਂ ਨੇ ਗਰੁੱਪ ਵਿੱਚ ਪਾਇਆ, ਕਈ ਮਤਲਬ ਲੜਕਿਆਂ ਨੇ ਪੁੱਛਿਆ, ਜੈਂਟਸ ਨੇ ਪੁੱਛਿਆ ਕਿ ਇਹ ਲੇਡੀ ਕੌਣ ਹੈ, ਜਿੱਦਾਂ ਗੋਲ ਬਣਾ ਕੇ ਰੌਂਡ ਬਣਾ ਕੇ ਉਹਨਾਂ ਨੂੰ ਪੁੱਛਿਆ। ਉਹਨਾਂ ਨੇ ਇਸ ਗੱਲ ਦੇ ਉੱਪਰ ਵੀ ਓਬਜੈਕਸ਼ਨ ਕੀਤਾ ਉਹਨਾਂ ਨੇ ਕਿ ਇਹਨਾਂ ਨੇ ਕਿਉਂ ਪੁੱਛਿਆ। ਉਸ ਤੋਂ ਬਾਅਦ ਹੌਲੀ ਹੌਲੀ ਉਹ ਲੇਡੀ ਉਹ ਲੜਕਿਆਂ ਨੂੰ ਗਾਲਾਂ ਕੱਢਣ ਲੱਗ ਗਈ, ਗੰਦੀਆਂ ਗਾਲਾਂ, ਜਦ ਕਿ ਕੋਈ ਜੈਂਟਸ ਵੀ ਨਹੀਂ ਕੱਢ ਸਕਦਾ। ਉਹ ਗਾਲਾਂ ਦਾ ਪ੍ਰੂਫ ਵੀ ਹੈ, ਠੀਕ ਹੈ ਜੀ। ਮੈਂ ਉਸ ਤੋਂ ਬਾਅਦ ਉਹਨਾਂ ਨੇ ਕੱਲ ਪਰਸੋਂ ਦੀ ਗੱਲ ਕੀ ਹੋਈ ਆ ਕਿ ਉਹਨਾਂ ਇੰਨੀਆਂ ਗੰਦੀਆਂ ਲੇਡੀ ਨੇ ਗਾਲਾਂ ਕੱਢੀਆਂ ਕਿ ਆਪਣੇ ਕੋਲੋਂ ਨਹੀਂ ਸੁਣ ਹੋਈਆਂ ਉਹ, ਇਸ ਕਰਕੇ ਇੰਨਾ ਮਨ ਖਰਾਬ ਹੋ ਗਿਆ। ਮੈਂ ਹਲਕਾ ਇੰਚਾਰਜ, ਮੇਰੇ ਇੱਕ ਹਲਕਾ ਅਸੀਂ ਆਪਣਾ ਜੋ ਵੀ ਅਸੀਂ ਡਿਸੀਜਨ ਲੈਣਾ ਸੀ ਹਲਕਾ ਇੰਚਾਰਜ ਨੂੰ ਦੱਸਣਾ। ਮੈਂ ਹਲਕਾ ਇੰਚਾਰਜ ਜੀ ਨੂੰ ਫੋਨ ਕੀਤਾ ਸੀ, ਉਹ ਕਹਿੰਦੇ ਕਿ ਮੈਂ ਲੇਡੀਜ਼ ਦੇ ਮਾਮਲੇ ਵਿੱਚ ਨਹੀਂ ਆਉਣਾ ਹੈਗਾ, ਜਾਂ ਤਾਂ ਫਿਰ ਹਲਕਾ ਇੰਚਾਰਜ ਨੂੰ ਚਾਹੀਦਾ ਕਿ ਇੱਕ ਲੇਡੀ ਵਾਸਤੇ ਵੀ, ਲੇਡੀਜ਼ ਵਾਸਤੇ ਵੀ ਇੱਕ ਹਲਕਾ ਇੰਚਾਰਜ ਅਲੱਗ ਲਗਾਈ ਜਾਵੇ। ਕਿਹੜੇ ਹਲਕਾ ਇੰਚਾਰਜ ਨੇ ਤੁਹਾਨੂੰ ਇਹ ਜਵਾਬ ਦਿੱਤਾ? ਇਹ ਹੈਗੇ ਜੀ ਬ੍ਰਹਮ ਸ਼ੰਕਰ ਜਿੰਪਾ ਜੀ। ਇਸ ਕਰਕੇ ਇੱਕ ਮੈਂ ਇਹ ਰਿਕੁਐਸਟ ਕਰਦੀ ਹਾਂ ਆਮ ਆਦਮੀ ਪਾਰਟੀ ਨੂੰ, ਆਪਣੀ ਸੀਨੀਅਰ ਲੀਡਰਸ਼ਿਪ ਨੂੰ, ਕਿ ਇੱਕ ਲੜਕੀ ਦੇ ਨਾਤੇ ਵੀ, ਲੇਡੀਜ਼ ਦੇ ਨਾਤੇ ਇੱਕ ਲੇਡੀ ਨੂੰ ਅਲੱਗ ਹਲਕਾ ਇੰਚਾਰਜ ਲਗਾਈ ਜਾਵੇ, ਜਦ ਕਿ ਉਹ ਇੱਕ ਲੇਡੀਜ਼ ਦੀ ਸੁਣਵਾਈ ਹੋ ਸਕੇ। ਇੰਨਾ ਮੂਡ ਖਰਾਬ ਹੈ ਕਿ ਅੱਜ ਇਸ ਜਗ੍ਹਾ ਤੇ ਬੈਠਣ ਦਾ ਮੇਨ ਮਕਸਦ ਮੇਰਾ ਇਹੀ ਹੈ ਜੀ। ਇਸ ਗੱਲ ਤੋਂ ਅਸੀਂ ਇੰਨਾ ਮਨ ਪਰੇਸ਼ਾਨ ਹੈ ਕਿ ਸੋਚੀਦਾ ਕਿ ਪਾਰਟੀ ਦਾ ਕੀ ਬਣੇਗਾ। ਹਾਂਜੀ।